9 ਸਤੰਬਰ ਉਹ ਦਿਹਾੜ ਜਦੋਂ ਤਾਕਤ ਦੇ ਗਰੂਰ ਵਿੱਚ ਮਸਤ ਇੱਕ ਬਾਦਸ਼ਾਹ ਸਿਕੰਦਰ ਯੂਨਾਨੀ, ਜਿਹੜਾ ਆਪਣੇ ਆਪ ਨੂੰ ਦੇਵਤਾ ਸਮਝਦਾ ਸੀ, ਪੰਜਾਬੀ ਕੌਮ ਨਾਲ ਲੜਨ ਦੀ ਗਲਤੀ ਕਰ ਬੈਠਾ ਤੇ ਉਸ ਦੀ ਤਾਕਤ ਦਾ ਗਰੂਰ ਤੇ ਦੇਵਤਾ ਹੋਣ ਦਾ ਫਰੇਬ ਸਭ ਮਿੱਟੀ 'ਚ ਮਿਲ ਗਿਆ। ਇਹ ਦਿਨ ਪੰਜਾਬੀ ਕੌਮ ਦੀ ਆਪਣੀ ਧਰਤੀ ਲਈ ਕੁਰਬਾਨੀ ਤੇ ਹਿਫਾਜ਼ਤ ਦੇ ਜਜ਼ਬੇ ਨੂੰ ਕਿਆਮਤ ਤੀਕਰ ਬਾਕੀ ਦੁਨੀਆ ਉੱਤੇ ਵਾਜ਼ੇ ਕਰ ਗਿਆ। ਮਹਾਰਾਜਾ ਪੋਰਸ ਪੰਜਾਬ ਦਾ ਉਹ ਤਾਰੀਖੀ ਸੂਰਮਾ ਹੈ ਜਿਨੇ ਪਹਿਲੇ ਈਰਾਨ ਦੇ ਬਾਦਸ਼ਾਹ ਦਾਰਾ ਨੂੰ ਹਿੰਦੁਸਤਾਨ ਉੱਤੇ ਹਮਲਾ ਕਰਨ ਦਾ ਮਜ਼ਾ ਚਖਾਇਆ ਤੇ ਫਿਰ ਸਿਕੰਦਰ ਯੂਨਾਨੀ ਨੂੰ ਉਹ ਤਾਰੀਖੀ ਸ਼ਿਕਸਤ ਦਿੱਤੀ ਕਿ ਉਹ ਸਿਕੰਦਰ ਜਿਹੜਾ ਪੂਰੀ ਦੁਨੀਆ ਉੱਤੇ ਹਕੂਮਤ ਬਣਾਉਣ ਦੀ ਹਵਸ ਨਾਲ ਹੁਣ ਦੇ ਦੌਰ ਦੇ ਤੁਰਕੀ, ਈਰਾਨ ਤੇ ਅਫਗਾਨਿਸਤਾਨ ਨੂੰ ਤਬਾਹ ਕਰਨ ਤੋਂ ਬਾਅਦ ਪੰਜਾਬ ਰਾਹੀਂ ਹਿੰਦੁਸਤਾਨ ਉੱਤੇ ਹਮਲਾਵਰ ਹੋਇਆ ਤੇ ਇਸ ਹਾਰ ਨਾਲ ਮੁੜਿਆ ਜਿਸ ਦੀ ਮਿਸਾਲ ਰਹਿੰਦੀ ਦੁਨੀਆ ਤਿਕਰ ਰਹੇਗੀ। 326 ਕਬਲ ਅਜ਼ ਮਸੀਹ ਵਿੱਚ ਸਿਕੰਦਰ ਟੈਕਸਲਾ ਵਿੱਚ ਕੁਝ ਚਿਰ ਆਰਾਮ ਕਰਨ ਤੋਂ ਬਾਅਦ ਮਈ ਦੇ ਮਹੀਨੇ ਵਿੱਚ ਜੇਹਲਮ ਦਰਿਆ ਦੇ ਕੰਢੇ ਉੱਤੇ ਪੜਿਆ। ਦਰਿਆ ਦੇ ਪਰਲੇ ਪਾਸੇ ਮਹਾਰਾਜਾ ਪੋਰਸ ਦੀ ਹਕੂਮਤ ਸੀ। ਸਿਕੰਦਰ ਯੂਨਾਨੀ ਨੇ ਮਹਾਰਾਜਾ ਨੂੰ ਖਤ ਲਿਖ ਕੇ ਅਤਾਤ ਕਬੂਲ ਕਰਨ ਦਾ ਕਿਹਾ, ਪਰ ਪੰਜਾਬੀਆਂ ਨੇ ਸਿਕੰਦਰ ਦੀ ਅਤਾਤ ਕਬੂਲ ਕਰਨ ਦੇ ਖਤ ਦਾ ਜਵਾਬ ਮੈਦਾਨੇ ਜੰਗ ਵਿੱਚ ਤਲਵਾਰਾਂ ਨਾਲ ਦੇਣ ਦਾ ਫੈਸਲਾ ਕੀਤਾ। ਮਹਾਰਾਜਾ ਪੋਰਸ ਦੀ ਫੌਜ ਵਿੱਚ 50,000 ਫੌਜੀ ਸਨ ਤੇ ਦਰਿਆ ਦੇ ਦੂਜੇ ਪਾਸੇ ਜੰਗ ਕਰਨ ਲਈ ਤਿਆਰ ਖਲੋਤੇ ਸਨ। ਪੋਰਸ ਦੀ ਫੌਜ ਵਿੱਚ 200 ਹਾਥੀ, 300 ਰੁੱਤ, 4,000 ਸਵਾਰ ਤੇ 30,000 ਪਿਆਦੇ ਸਨ। ਪੋਰਸ ਨੇ ਕੋਸ਼ਿਸ਼ ਕੀਤੀ ਕਿ ਯੂਨਾਨੀ ਦਰਿਆ ਪਾਰ ਨਾ ਕਰਨ। ਸਿਕੰਦਰ ਨੂੰ ਪੋਰਸ ਦੇ ਜੰਗੀ ਹਾਥੀਆਂ ਕੋਲੋਂ ਬੇਹੱਦ ਖਤਰਾ ਸੀ, ਪਰ ਇਹਨਾਂ ਹਾਥੀਆਂ ਦੇ ਮੁਕਾਬਲੇ ਵਿੱਚ ਇਸ ਨੂੰ ਆਪਣੇ ਘੁੜ ਸਵਾਰਾਂ ਤੇ ਕੁਝ ਵੱਧ ਹੀ ਭਰੋਸਾ ਸੀ। ਯੂਨਾਨੀਆਂ ਲਈ ਜੇਹਲਮ ਦਾ ਛਲਦਾ ਦਰਿਆ ਪਾਰ ਕਰਨਾ ਸੌਖਾ ਨਹੀਂ ਸੀ, ਕਿਉਂਕਿ ਸੌਣ ਭਾਦੋਂ ਦੀ ਬਾਰਿਸ਼ ਪਾਰੋਂ ਦਰਿਆ ਦਾ ਪਾਣੀ ਚੜਿਆ ਹੋਇਆ ਸੀ। ਦਰਿਆ ਪਾਰ ਕਰਨ ਦਾ ਸੌਖਾ ਤਰੀਕਾ ਇਹੀ ਸੀ ਕਿ ਸਿਕੰਦਰ ਅਕਤੂਬਰ ਨਵੰਬਰ ਤੱਕ ਉਡੀਕਦਾ ਤੇ ਜਦੋਂ ਦਰਿਆ ਵਿੱਚ ਪਾਣੀ ਘਟ ਹੋ ਜਾਂਦਾ ਤੇ ਫਿਰ ਦਰਿਆ ਪਾਰ ਕਰਦਾ। ਪਰ ਸਿਕੰਦਰ ਨੇ ਇੰਨਾ ਵਕਤ ਉਡੀਕਣ ਬਜਾਏ ਦਰਿਆ ਪਾਰ ਕਰਨ ਦਾ ਸੋਚਿਆ। ਇਸ ਲਈ ਇਹਨੇ ਆਬਰੀਨ ਦੇ ਲਫ਼ਜ਼ਾਂ ਵਿੱਚ ਫੈਸਲਾ ਕੀਤਾ ਕਿ ਉਹ ਰਾਹ ਚੋਰੀ ਕਰੇਗਾ। ਪਰ ਇਹ ਫੈਸਲਾ ਉਹਦੀ ਜ਼ਿੰਦਗੀ ਦਾ ਸਭ ਤੋਂ ਗਲਤ ਫੈਸਲਾ ਸਾਬਿਤ ਹੋਇਆ ਤੇ ਉਹਨੂੰ ਆਪਣੀ ਸਿਰਫ 33 ਵਰ੍ਹਿਆਂ ਦੀ ਜ਼ਿੰਦਗੀ ਵੀ ਗਵਾਉਣੀ ਪਈ। ਹਾੜ ਦੇ ਮਹੀਨੇ ਵਿੱਚ ਯੂਨਾਨੀ ਫੌਜ ਦਾ ਵੱਡਾ ਪੜਾਅ ਖੇਵੜਾ ਨਮਕ ਦੇ ਪਹਾੜੀ ਸਿਲਸਿਲੇ 'ਚ ਜੇਹਲਮ ਦਰਿਆ ਦੇ ਕੰਢੇ ਤੇ ਸੀ। ਸਿਕੰਦਰ ਨੇ ਪੰਜਾਬੀ ਫੌਜ ਨੂੰ ਧੋਖਾ ਦੇਣ ਲਈ ਐਲਾਨ ਕੀਤਾ ਕਿ ਉਹ ਪਾਣੀ ਘੱਟ ਹੋਣ ਦੀ ਉਡੀਕ ਕਰੇਗਾ। ਇਹਨੇ ਫੌਜ ਨੂੰ ਆਸੇ-ਪਾਸੇ ਦੇ ਇਲਾਕਿਆਂ ਵਿੱਚ ਲੁੱਟਮਾਰ ਕਰਨ ਦਾ ਤੇ ਜੰਗੀ ਸਮਾਨ ਇਕੱਠਾ ਕਰਨ ਦਾ ਹੁਕਮ ਦੇ ਦਿੱਤਾ। ਦੂਜੇ ਪਾਸੇ ਯੂਨਾਨੀਆਂ ਦੀ ਕਸ਼ਤੀਆਂ ਦਾ ਬੇੜਾ ਦਰਿਆ ਦੇ ਆਸੇ-ਪਾਸੇ ਫੇਰੇ ਲਾ ਕੇ ਉਹ ਥਾਂ ਲੱਭ ਰਿਹਾ ਸੀ ਕਿ ਦਰਿਆ ਪਾਰ ਕਰ ਸਕੇ। ਇਹਨਾਂ ਕਾਰਵਾਈਆਂ ਵਿੱਚ 6-7 ਹਫ਼ਤੇ ਲੰਘ ਗਏ। ਇੰਨੇ ਚਿਰ ਵਿੱਚ ਸਾਵਨ ਭਾਦੋਂ ਦੀ ਬਾਰਿਸ਼ਾਂ ਵਸਣ ਲੱਗ ਪਈਆਂ ਤੇ ਦਰਿਆ ਵਿੱਚ ਤੁਰਿਆਨੀ ਹੋਰ ਵੱਧ ਗਈ। ਯੂਨਾਨੀ ਬੇੜੇ ਨੇ ਰਾਹ ਲੱਭਣ ਤੋਂ ਬਾਅਦ ਦਰਿਆ ਪਾਰ ਕਰਨ ਦੀ ਥਾਂ ਫੌਜ ਦੇ ਪੜਾਅ ਤੋਂ 16 ਮੀਲ ਅੱਗੇ ਚੁਣੀ। ਸਿਕੰਦਰ ਨੇ ਫੌਰਨ ਇਸ ਮਨਸੂਬੇ ਤੇ ਅਮਲ ਸ਼ੁਰੂ ਕਰ ਦਿੱਤਾ। ਆਰੀਨ ਦੇ ਲਫ਼ਜ਼ਾਂ ਵਿੱਚ ਇਹਨੇ ਬੇਹੱਦ ਇhtiyat ਦੇ ਨਾਲ ਦਲੇਰੀ ਵਰਤੀ। ਇਹਨੇ 5,000 ਸਿਪਾਹੀ ਕੈਂਪ ਦੀ ਰਾਖੀ ਲਈ ਛੱਡ ਦਿੱਤੇ ਤੇ 11-12 ਹਜ਼ਾਰ ਫੌਜੀ, ਜਿਹਦੇ ਵਿੱਚ ਪਿਆਦੇ ਤੇ ਸਵਾਰ ਦੋਵੇਂ ਸਨ, ਲੈ ਕੇ ਟੁਰ ਪਿਆ। ਸਿਕੰਦਰ ਦੇ ਟੁਰਦਿਆਂ ਹੀ ਤੂਫਾਨ ਆਇਆ ਤੇ ਮੀਂਹ ਵਸਣ ਲੱਗ ਪਿਆ। ਦਰਿਆ ਪਾਰ ਕਰਦਿਆਂ ਹੋਇਆਂ ਇਹਨੂੰ ਡਾਢੀਆਂ ਮੁਸ਼ਕਿਲਾਂ ਦਾ ਸਾਹਮਣਾ ਪੇਸ਼ ਆਇਆ। ਉਹਦੇ ਬਹੁਤੇ ਸਿਪਾਹੀ ਤੇ ਜੰਗੀ ਸਾਮਾਨ ਪਾਣੀ ਰੋੜ ਕੇ ਲੈ ਗਿਆ। ਸਿਕੰਦਰ ਮਸਾਂ ਅੱਧੀ ਫੌਜ ਨਾਲ ਦਰਿਆ ਪਾਰ ਕਰਕੇ ਆਇਆ। ਪੋਰਸ ਨੂੰ ਪਤਾ ਲੱਗਿਆ ਤੇ ਉਹ ਆਪ ਮੁਕਾਬਲੇ ਲਈ ਆਇਆ। ਪੰਜਾਬੀ ਲਸ਼ਕਰ ਵਿੱਚ 30,000 ਪਿਆਦੇ, 2,000 ਸਵਾਰ, 120 ਹਾਥੀ ਰੱਥ ਸਨ। ਮੌਜੂਦਾ ਪਾਕਿਸਤਾਨੀ ਪੰਜਾਬ ਦੇ ਇਲਾਕੇ ਮੂੰਗ ਦੇ ਮੁਕਾਮ ਉੱਤੇ ਜੰਗ ਦਾ ਮੈਦਾਨ ਸਜਿਆ। ਪੋਰਸ ਨੇ ਜੰਗੀ ਹਿਕਮਤ ਅਮਲੀ ਦੇ ਤਹਿਤ ਚੰਗੀ ਥਾਂ ਤੇ ਆਪਣੀ ਪੋਜੀਸ਼ਨ ਸੰਭਾਲੀ। ਸਿਕੰਦਰ ਵੀ ਫੌਜ ਦੇ ਨਾਲ ਮੈਦਾਨ ਵਿੱਚ ਆਇਆ, ਪਰ ਇਹਦੀ ਫੌਜ ਨੂੰ ਨਾਹਮਵਾਰ ਥਾਂ ਮਿਲੀ। ਪੰਜਾਬੀ ਲਸ਼ਕਰ ਇਸ ਦਲੇਰੀ ਨਾਲ ਲੜਿਆ ਕਿ ਇਹ ਜੰਗ ਇੱਕ ਦਿਨ ਤੋਂ ਵੀ ਘੱਟ ਜਾਰੀ ਰਹੀ। ਨਬੀ ਲਸ਼ਕਰ ਵਿੱਚ ਮੌਜੂਦ ਹਾਥੀਆਂ ਨੇ ਯੂਨਾਨੀ ਲਸ਼ਕਰ ਨੂੰ ਤਹਿਸ ਨਹਿਸ ਕਰ ਦਿੱਤਾ ਤੇ ਕਈ ਸੌ ਯੂਨਾਨੀ, ਜਿਨ੍ਹਾਂ ਨੇ ਹਾਥੀਆਂ ਨਾਲ ਜੰਗ ਦਾ ਕੋਈ ਸਾਬਕਾ ਤਜਰਬਾ ਨਹੀਂ ਸੀ, ਉਹ ਹਾਥੀਆਂ ਦੇ ਪੈਰਾਂ ਥੱਲੇ ਦਬ ਗਏ। ਮਹਾਰਾਜਾ ਪੋਰਸ 6.5 ਫੁੱਟ ਤੱਕ ਕੜੀਅਲ ਮਰਦ ਸੀ। ਉਹ ਮਜ਼ਬੂਤ ਅਸਾਬ ਨਾਲ ਜੰਗੀ ਹਿਕਮਤ ਅਮਲੀ ਵਿੱਚ ਵੀ ਮਾਹਿਰ ਸਾਬਤ ਹੋਇਆ ਤੇ ਮਹਾਰਾਜਾ ਦੀ ਬਹਾਦਰੀ ਪੂਰੇ ਹਿੰਦੁਸਤਾਨ ਵਿੱਚ ਮਸ਼ਹੂਰ ਹੋ ਗਈ। ਜੰਗ ਦੇ ਦੌਰਾਨ ਇੱਕ ਪੰਜਾਬੀ ਜੰਗਜੂ ਕੇਸ਼ਰ ਵਰਿਆ ਨੇ ਸਿਕੰਦਰ ਨੂੰ ਬਰਛਾ ਮਾਰ ਦਿੱਤਾ।
ਸਿਕੰਦਰ ਦੇ ਜ਼ਖਮੀ ਹੋਣ ਨਾਲ ਯੂਨਾਨੀ ਫੌਜ ਦੀ ਰਈਸ ਦੀ ਹਿੰਮਤ ਵੀ ਟੁੱਟ ਗਈ ਤੇ ਉਹਨਾਂ ਨੇ ਪੰਜਾਬੀਆਂ ਨਾਲ ਜੰਗ ਬੰਦੀ ਦੀ ਬੇਨਤੀ ਕਰ ਦਿੱਤੀ। ਯੂਨਾਨੀ ਤਾਰੀਖਦਾਰਾਂ ਨੇ ਕੁਝ ਥਾਵਾਂ ਤੇ ਸਿਕੰਦਰ ਨੂੰ ਫਾਤਿਹ ਲਿਖਿਆ ਤੇ ਆਖਿਆ ਕਿ ਪੋਰਸ ਨੇ ਗ੍ਰਿਫਤਾਰ ਹੋ ਕੇ ਅਲੈਗਜ਼ੈਂਡਰ ਨੂੰ ਆਖਿਆ, ਮੇਰੇ ਨਾਲ ਉਹੀ ਸਲੂਕ ਕੀਤਾ ਜਾਵੇ ਜਿਹੜਾ ਇੱਕ ਬਾਦਸ਼ਾਹ ਦੂਜੇ ਬਾਦਸ਼ਾਹ ਨਾਲ ਕਰਦਾ ਹੈ। ਪਰ ਜਦੋਂ ਅਸੀਂ ਤਾਰੀਖ ਪੜ੍ਹੀਏ ਤੇ ਪਤਾ ਚੱਲਦਾ ਹੈ ਕਿ ਅਵਲ ਤਾਂ ਸਿਕੰਦਰ ਬਾਦਸ਼ਾਹ ਨੇ ਈਰਾਨ, ਤੁਰਕੀ ਤੇ ਅਫਗਾਨਿਸਤਾਨ ਦੇ ਬਾਦਸ਼ਾਹਾਂ ਨੂੰ ਕਤਲ ਕਰ ਦਿੱਤਾ ਤੇ ਰਾਇਆ ਨੂੰ ਗੁਲਾਮ ਬਣਾ ਲਿਆ। ਤੇ ਇਹ ਸਲੂਕ ਅਲੈਗਜ਼ੈਂਡਰ ਨੇ ਨਹੀਂ ਬਲਕਿ ਹਰ ਫਾਤਿਹ ਬਾਦਸ਼ਾਹ ਮਫਤੂ ਬਾਦਸ਼ਾਹ ਦੇ ਨਾਲ ਕਰਦਾ ਆਇਆ। ਪਰ ਅਲੈਗਜ਼ੈਂਡਰ ਤੇ ਜ਼ਾਲਮ ਤੇ ਮੁਲਕਾਂ ਤੇ ਕਬਜ਼ਾ ਕਰਨ ਦੀ ਹਵਸ ਵਿੱਚ ਰਜਿਆ ਨਹੀਂ ਸੀ। ਫਿਰ ਇਹ ਤਾਂ ਨਾਮੁਮਕਿਨ ਹੈ ਕਿ ਅਲੈਗਜ਼ੈਂਡਰ ਨੇ ਪੋਰਸ ਨੂੰ ਛੱਡ ਦਿੱਤਾ ਹੋਵੇ। ਦੂਜੀ ਗੱਲ, ਮਹਾਰਾਜਾ ਪੋਰਸ 40 ਸਾਲ ਤੱਕ ਜ਼ਿੰਦਾ ਵੀ ਰਿਹਾ ਤੇ ਪੰਜਾਬ ਦਾ ਹਾਕਮ ਵੀ ਰਿਹਾ ਤੇ ਉਹਦੇ ਬਾਅਦ ਉਹਦੀ ਨਸਲ ਵੀ ਹਾਕਮ ਰਹੀ ਤੇ ਸਲਤਨਤ ਦੀ ਸਰਹੱਦਾਂ ਵਿੱਚ ਵਾਧਾ ਵੀ ਹੁੰਦਾ ਰਿਹਾ। ਪਰ ਇਹ ਅਲੈਗਜ਼ੈਂਡਰ ਦੀ ਜ਼ਿੰਦਗੀ ਦੀ ਆਖਰੀ ਜੰਗ ਸੀ ਤੇ ਇਸ ਤੋਂ ਕੁਝ ਦਿਨਾਂ ਬਾਅਦ ਉਹ ਯੂਨਾਨ ਪਹੁੰਚਣ ਤੋਂ ਪਹਿਲਾਂ ਹੀ ਮਰ ਗਿਆ ਤੇ ਯੂਨਾਨੀ ਸਲਤਨਤ ਵੱਖੋ ਵੱਖ ਹੋ ਗਈ ਤੇ ਜਿਹੜੇ ਈਰਾਨ, ਅਫਗਾਨਿਸਤਾਨ ਸਮੇਤ ਜਿਹੜੇ ਇਲਾਕੇ ਫਤਹ ਕੀਤੇ ਸੀ ਉਹ ਮਰਕਜ਼ੀ ਹਕੂਮਤ ਦੇ ਹੱਥੋਂ ਨਿਕਲ ਗਏ। ਅਲੈਗਜ਼ੈਂਡਰ ਯੂਨਾਨੀ ਨਾਲ ਜੰਗ ਕਰਦਿਆਂ ਹੋਇਆ ਮਹਾਰਾਜਾ ਪੋਰਸ ਦਾ ਵੱਡਾ ਪੁੱਤਰ ਰਾਜਾ ਅਮਰ ਧਰਤੀ ਤੇ ਕੁਰਬਾਨ ਹੋ ਗਿਆ। ਸ਼ਹਿਜ਼ਾਦੇ ਦੀ ਮੌਤ ਉੱਤੇ ਕੁਝ ਦਰਬਾਰੀਆਂ ਨੇ ਮਹਾਰਾਜਾ ਪੋਰਸ ਨਾਲ ਅਫਸੋਸ ਕੀਤਾ ਤੇ ਮਹਾਰਾਜਾ ਪੋਰਸ ਨੇ ਤਾਰੀਖੀ ਜੁਮਲਾ ਬੋਲਿਆ ਤੇ ਆਖਿਆ, ਪੰਜਾਬ ਦੀ ਹਿਫਾਜ਼ਤ ਲਈ ਲੜਨ ਵਾਲਾ ਹਰ ਸਿਪਾਹੀ ਮੇਰਾ ਪੁੱਤਰ ਹੈ। ਤਾਰੀਖਦਾਨ ਲਿਖਦੇ ਨੇ ਕਿ ਯੂਨਾਨੀ ਫੌਜ ਦੀ ਹਾਰ ਤੋਂ ਬਾਅਦ ਜਨੂਬ ਮਗਰਬ ਵੇਲੇ ਯੂਨਾਨੀ ਫੌਜ ਦੇ ਕਬਜ਼ੇ ਵਿੱਚ ਮੌਜੂਦ 33 ਸ਼ਹਿਰ ਪੋਰਸ ਦੀ ਸਲਤਨਤ ਵਿੱਚ ਸ਼ਾਮਲ ਹੋ ਗਏ। ਕੁਝ ਯੂਨਾਨੀ ਤਾਰੀਖਦਾਨਾਂ ਨੇ ਤਾਰੀਖ ਵਿੱਚ ਘਾਟਾ ਵਾਧਾ ਕਰਕੇ ਯੂਨਾਨੀ ਫੌਜ ਤੇ ਸਿਕੰਦਰ ਨੂੰ ਸਿਰਫ 3 ਮੁਲਕ ਤੁਰਕੀ, ਈਰਾਨ ਤੇ ਅਫਗਾਨਿਸਤਾਨ ਫਤਹ ਕਰਨ ਤੇ ਹੀ ਸਿਕੰਦਰ ਆਜ਼ਮ ਅਲੈਗਜ਼ੈਂਡਰ ਦੀ ਗ੍ਰੇਟ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ। ਪਰ ਹਕੀਕਤ ਚਿੱਟੇ ਦਿਨ ਵਾਂਗ ਵਾਜ਼ੇ ਹੈ ਕਿ ਸਿਕੰਦਰ ਇਸ ਜੰਗ ਤੋਂ ਬਾਅਦ ਕਿੱਥੇ ਨਾ ਨਜ਼ਰ ਆਇਆ ਤੇ ਨਾ ਹੀ ਪੰਜਾਬ ਫਤਹ ਕਰ ਸਕਿਆ।